ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੇ ਰੂਬਰੂ ਫਿਰ ਤੋਂ ਇੱਕ ਵਾਰ ਆਈ ਹਾਂ ਰਸੀਦੀ ਟਿਕਟ ਦਾ 5ਵਾਂ ਭਾਗ ਲੈ ਕੇ। ਮੈਂ ਸਮਝਦੀ ਹਾਂ ਕਿ ਤੁਸੀਂ ਮੇਰੀ ਸੀਰੀਜ਼ ਨੂੰ ਸੁਣ ਰਹੇ ਹੋਵੋਗੇ ਅਤੇ ਪਸੰਦ ਕਰ ਰਹੇ ਹੋਵੋਗੇ। ਅਗਰ ਕੋਈ ਫੀਡਬੈਕ ਵੀ ਦੇਣਾ ਚਾਹੇ ਪਲੀਜ਼ ਦੇਣਾ, ਠੀਕ ਹੈ। ਅਗਲਾ ਭਾਗ 5ਵਾਂ ਰਸੀਦੀ ਟਿਕਟ, ਜੋ ਕਿ ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖਿਆ ਗਿਆ ਹੈ, ਉਸ ਦਾ 5ਵਾਂ ਭਾਗ ਮੈਂ ਅੱਜ ਸ਼ੁਰੂ ਕਰਨ ਜਾ ਰਹੀ ਹਾਂ। 1947 ਭਾਵੇਂ ਪੁਰਾਣੀਆਂ ਤਵਾਰੀਖਾਂ ਦੇ ਬੜੇ ਅਤਿਆਚਾਰੀ ਕਾਂਡ ਅਸਾਂ ਲੋਕਾਂ ਨੇ ਪੜ੍ਹੇ ਹੋਏ ਸਨ, ਪਰ ਤਾਂ ਵੀ ਸਾਡੇ ਦੇਸ਼ ਦੀ ਵੰਡ ਵੇਲੇ ਜੋ ਕੁਝ ਹੋਇਆ, ਕਿਸੇ ਦੀ ਕਲਪਨਾ ਵਿੱਚ ਵੀ ਇਹੋ ਜਿਹਾ ਖੂਨੀ ਕਾਂਡ ਨਹੀਂ ਆ ਸਕਦਾ। ਦੁੱਖਾਂ ਦੀਆਂ ਕਹਾਣੀਆਂ ਕਰ ਕੇ ਲੋਕ ਥੱਕ ਗਏ ਸਨ, ਪਰ ਇਹ ਕਹਾਣੀਆਂ ਉਮਰ ਤੋਂ ਪਹਿਲਾਂ ਮੁੱਕਣ ਵਾਲੀਆਂ ਨਹੀਂ ਸਨ। ਮੈਂ ਲਾਸ਼ਾਂ ਤੱਕੀਆਂ ਸਨ, ਲਾਸ਼ਾਂ ਵਰਗੇ ਲੋਕ ਤੱਕੇ ਸਨ, ਤੇ ਜਦੋਂ ਲਾਹੌਰ ਤੋਂ ਆ ਕੇ ਦੇਹਰਾਦੂਨ ਪਨਾਹ ਲਈ ਤਾਂ ਨੌਕਰੀ ਦੀ ਤੇ ਦਿੱਲੀ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸਾਂ, ਤੇ ਜਦੋਂ ਵਾਪਸੀ ਦਾ ਸਫ਼ਰ ਕਰ ਰਹੀ ਸਾਂ ਤਾਂ ਚੱਲਦੀ ਗੱਡੀ ਵਿੱਚ ਨੀਂਦਰ ਅੱਖਾਂ ਦੇ ਨੇੜੇ ਨਹੀਂ ਸੀ ਆ ਰਹੀ। ਗੱਡੀ ਤੋਂ ਬਾਹਰਲੇ ਘੋਰ ਹਨੇਰੇ ਸਮੇਂ ਦੀ ਤਵਾਰੀਖ ਵਰਗਾ ਸੀ। ਹਵਾ ਇਸ ਤਰ੍ਹਾਂ ਛਾਂ ਕਰ ਰਹੀ ਸੀ ਜਿਵੇਂ ਤਵਾਰੀਖ ਦੀ ਬੁੱਕਲ ਵਿੱਚ ਬਹਿ ਕੇ ਰੋਂਦੀ ਹੋਵੇ। ਬਾਹਰ ਉੱਚੇ ਉੱਚੇ ਰੁੱਖ ਦੁੱਖਾਂ ਵਾਂਗ ਉੱਗੇ ਹੋਏ ਸਨ। ਕਈ ਵਾਰ ਰੁੱਖ ਕੋਈ ਨਾ ਹੁੰਦੇ, ਸਿਰਫ ਇੱਕ ਵੀਰਾਨੀ ਹੁੰਦੀ, ਤੇ ਉਸ ਵੀਰਾਨੀ ਦੇ ਟਿੱਬੇ ਇਸ ਤਰ੍ਹਾਂ ਜਾਪਦੇ ਜਿਵੇਂ ਕਬਰਾਂ ਹੋਣ। ਵਾਰਿਸ ਸ਼ਾਹ ਦੇ ਬੋਲ ਮੇਰੇ ਜ਼ਿਹਨ ਵਿੱਚ ਘੁੰਮਦੇ ਪਏ ਸਨ, ਭਲਾ ਮੋਏ ਤੇ ਵਿਛੜੇ ਕੌਣ ਮੇਲੇ। ਤੇ ਮੈਨੂੰ ਲੱਗਾ ਵਾਰਿਸ ਸ਼ਾਹ ਕਿੱਡਾ ਵੱਡਾ ਕਵੀ ਸੀ, ਉਹ ਹੀਰ ਦੇ ਦੁੱਖ ਨੂੰ ਗਾ ਸਕਿਆ। ਅੱਜ ਪੰਜਾਬ ਦੀ ਇੱਕ ਧੀ ਨਹੀਂ, ਲੱਖਾਂ ਧੀਆਂ ਰੋਂਦੀਆਂ ਪਈਆਂ ਹਨ। ਅੱਜ ਇਹਨਾਂ ਦੇ ਦੁੱਖ ਨੂੰ ਕੌਣ ਗਾਏਗਾ? ਤੇ ਮੈਨੂੰ ਵਾਰਿਸ ਸ਼ਾਹ ਤੋਂ ਬਿਨਾਂ ਹੋਰ ਕੋਈ ਇਹੋ ਜਿਹਾ ਨਾ ਜਾਪਿਆ ਜਿਸ ਨੂੰ ਮੁਖਾਤਬ ਕਰਕੇ ਮੈਂ ਇਹ ਗੱਲ ਆਖਦੀ। ਉਸ ਰਾਤ ਚੱਲਦੀ ਗੱਡੀ ਵਿੱਚ ਹਿਲਦੀ ਤੇ ਕੰਬਦੀ ਕਲਮ ਨਾਲ ਇੱਕ ਨਜ਼ਮ ਲਿਖੀ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਮਾਰੇ ਵਹਿਣ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦੀਆਂ ਦਰਦੀਆਂ, ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਕੁਝ ਦਿਨ ਪਾ ਕੇ ਇਹ ਨਜ਼ਮ ਛਪੀ, ਪਾਕਿਸਤਾਨ ਵੀ ਪਹੁੰਚੀ, ਤੇ ਕੁਝ ਦੇਰ ਪਿੱਛੋਂ ਜਦੋਂ ਪਾਕਿਸਤਾਨ ਵਿੱਚ ਫੈਜ਼ ਅਹਿਮਦ ਫੈਜ਼ ਦੀ ਕਿਤਾਬ ਛਪੀ, ਉਹਦੇ ਦਿਬਾਚੇ ਵਿੱਚ ਅਹਿਮਦ ਨਦੀਮ ਕਾਸਮੀ ਨੇ ਲਿਖਿਆ ਕਿ ਇਹ ਨਜ਼ਮ ਉਹਨਾਂ ਨੇ ਉਦੋਂ ਪੜ੍ਹੀ ਜਦੋਂ ਉਹ ਜੇਲ੍ਹ ਵਿੱਚ ਸਨ। ਜੇਲ੍ਹ ਤੋਂ ਬਾਹਰ ਆ ਕੇ ਵੀ ਵੇਖਿਆ ਕਿ ਲੋਕ ਇਸ ਨਜ਼ਮ ਨੂੰ ਬੋਝਿਆਂ ਵਿੱਚ ਰੱਖਦੇ ਸਨ, ਕੱਢ ਕੇ ਪੜ੍ਹਦੇ ਸਨ ਤੇ ਰੋਂਦੇ ਸਨ। ਫਿਰ 1972 ਵਿੱਚ ਲੰਦਨ ਗਈ ਤਾਂ ਉੱਥੇ BBC ਦੇ ਇੱਕ ਕਮਰੇ ਵਿੱਚ ਕਿਸੇ ਨੇ ਪਾਕਿਸਤਾਨ ਦੀ ਸ਼ਾਇਰੀ ਸਾਹਬ ਕਿਜਲਬਾਸ਼ ਨਾਲ ਮੁਲਾਕਾਤ ਕਰਾਈ। ਸਾਹਬ ਦੇ ਪਹਿਲੇ ਲਫ਼ਜ਼ ਸਨ, ਅਰੇ ਯਹ ਅੰਮ੍ਰਿਤਾ ਹੈ ਜਿਸਨੇ ਵੋਹ ਨਜ਼ਮ ਲਿਖੀ ਥੀ ਵਾਰਿਸ शाह, इससे तो गले मिलना है। ਉੱਥੋਂ ਹੀ ਇੱਕ ਸ਼ਾਮ ਸੁਰਿੰਦਰ ਕੋਛੜ ਦੇ ਘਰ ਮਹਿਫਲ ਸੀ, ਜਿੱਥੇ ਸਾਹਬ ਸੀ ਤੇ ਪਾਕਿਸਤਾਨ ਦੇ ਹੋਰ ਅਦੀਬ ਸਨ। ਸਾਕੀ ਫਾਰੂਖੀ, ਫਹਮੀਦ ਰਿਆਜ਼
ਤੇ ਉਦਾਸ ਨਸਲੇ ਦਾ ਲੇਖਕ ਅਬਦੁੱਲਾ ਹੁਸੈਨ ਤੇ ਨਾਲ ਹੀ ਪਾਕਿਸਤਾਨ ਦੇ ਮਸ਼ਹੂਰ ਗਵੱਈਏ ਸਨ ਨਜ਼ਾਕਤ ਅਲੀ, ਸਲਾਮਤ ਅਲੀ। ਰਾਤ ਨਜ਼ਮਾਂ ਨਾਲ ਭਰੀ ਹੋਈ ਸੀ, ਪਰ ਜਦੋਂ ਨਜ਼ਾਕਤ ਅਲੀ ਨੂੰ ਕੁਝ ਗਾਉਣ ਲਈ ਕਿਹਾ ਤਾਂ ਉਹਨਾਂ ਕੋਲ ਸਾਜ਼ ਨਹੀਂ ਸਨ। ਕਹਿਣ ਲੱਗੇ, ਅਸਾਂ ਅੱਜ ਤੱਕ ਬਿਨਾਂ ਸਾਜ਼ ਤੋਂ ਨਹੀਂ ਗਾਇਆ। ਪਰ ਨਾਲ ਹੀ ਕਹਿਣ ਲੱਗੇ, ਜਿਸ ਨੇ ਆਖਾਂ ਵਾਰਿਸ ਸ਼ਾਹ ਨੂੰ ਨਜ਼ਮ ਲਿਖੀ ਸੀ, ਅੱਜ ਉਹ ਉਹਦੇ ਲਈ ਬਿਨਾਂ ਸਾਜ਼ ਤੋਂ ਵੀ ਗਾਉਣਗੇ। ਤੇ ਫਿਰ ਉਹ ਰਾਤ ਨਜ਼ਾਕਤ ਅਲੀ ਦੀ ਸੁਰੀਲੀ ਆਵਾਜ਼ ਵਿੱਚ ਭਿੱਜ ਗਈ। ਹੁਣ 1975 ਵਿੱਚ ਜਦੋਂ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਤੋਂ ਇੱਕ ਅਦੀਬ ਮਸ਼ਕੂਰ ਸਾਬਰੀ ਉਰਸ ਦੇ ਮੌਕੇ 'ਤੇ ਦਿੱਲੀ ਆਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਉਹ ਮੁਲਤਾਨ ਵਿੱਚ ਜਸ਼ਨੇ ਵਾਰਿਸ ਸ਼ਾਹ ਮਨਾਉਂਦੇ ਹਨ, ਜਿੱਥੇ ਲੋਕ ਗੀਤਾਂ ਦੀ, ਲੋਕ ਨਾਚ ਦੀ ਤੇ ਲੋਕ ਕਲਾ ਦੀ ਨੁਮਾਇਸ਼ ਵੀ ਹੁੰਦੀ ਹੈ ਤੇ ਮੁਸ਼ਾਇਰਾ ਵੀ। ਅਤੇ ਇਹ ਜਸ਼ਨ ਉਹ ਮੇਰੀ ਨਜ਼ਮ ਆਖਾਂ ਵਾਰਿਸ ਸ਼ਾਹ ਤੋਂ ਸ਼ੁਰੂ ਕਰਦੇ ਹਨ। ਉਹ 100 ਜ਼ਰਬੇ 80 ਫੁੱਟ ਦੀ ਸਟੇਜ 'ਤੇ ਸੈੱਟ ਲਾਉਂਦੇ ਹਨ, ਜਿੱਥੇ ਰਾਂਝੇ ਦਾ ਬੇਲਾ ਵੀ ਹੁੰਦਾ ਹੈ, ਹੀਰ ਦਾ ਮੁਕਾਮ ਵੀ। ਅਤੇ ਇਹ ਨਜ਼ਮ ਕਰੀਬ 25 ਮਿੰਟ ਗਾਈ ਜਾਂਦੀ ਹੈ। ਸਟੇਜ 'ਤੇ ਕੁੱਪ ਹਨੇਰਾ ਕਰਕੇ ਇੱਕ ਰੌਸ਼ਨੀ ਨਾਲ ਧੂੰਆਂ ਵਿਖਾਉਂਦੇ ਹਨ। ਫਿਰ ਵਾਰਿਸ ਸ਼ਾਹ ਕਬਰ ਵਿੱਚੋਂ ਉੱਠਦਾ ਹੈ। ਪਾਕਿਸਤਾਨ ਦੇ ਮਸ਼ਹੂਰ ਗਵੱਈਏ ਸਤਰ ਗਾਉਂਦੇ ਹਨ ਤੇ ਸਤਰਾਂ ਅਨੁਸਾਰ ਸਟੇਜ ਦੇ ਦ੍ਰਿਸ਼ ਬਦਲਦੇ ਹਨ। ਤੇ ਜਦੋਂ ਨਜ਼ਮ ਦਾ ਆਖਿਰਲਾ ਹਿੱਸਾ ਆਉਂਦਾ ਹੈ, ਉਹ ਇਸ ਤਰ੍ਹਾਂ ਦੀ ਗੂੰਜ ਪੈਦਾ ਕਰਦੇ ਹਨ ਜਿਵੇਂ ਸਾਰੀ ਕਾਇਨਾਤ ਵਿੱਚ ਮੁਹੱਬਤ ਤੇ ਖਲੂਸ ਜਾਗ ਪਿਆ ਹੋਵੇ। ਪਰ ਇਹੀ ਨਜ਼ਮ ਸੀ ਜਦੋਂ ਲਿਖੀ ਸੀ ਤਾਂ ਆਪਣੇ ਪੰਜਾਬ ਵਿੱਚ ਕਈ ਅਖਬਾਰਾਂ ਮੇਰੇ ਲਈ ਤੋਹਮਤਾਂ ਨਾਲ ਭਰ ਗਈਆਂ ਸਨ। ਕਿਸੇ ਨੂੰ ਇਤਰਾਜ਼ ਸੀ ਕਿ ਮੈਂ ਇਹ ਨਜ਼ਮ ਵਾਰਿਸ ਸ਼ਾਹ ਨੂੰ ਸੰਬੋਧਨ ਕਿਉਂ ਕੀਤੀ, ਗੁਰੂ ਨਾਨਕ ਨੂੰ ਸੰਬੋਧਨ ਕਰਕੇ ਲਿਖਣੀ ਚਾਹੀਦੀ ਸੀ। ਤੇ ਕੋਈ ਆਖਦਾ ਸੀ ਕਿ ਮੈਂ ਲੈਨਿਨ ਜਾਂ ਸਟਾਲਿਨ ਨੂੰ ਮੁਖਾਤਿਬ ਹੋ ਕੇ ਕਿਉਂ ਨਹੀਂ ਲਿਖੀ। ਇੱਥੋਂ ਤੱਕ ਕਿ ਇਸ ਨਜ਼ਮ ਦੇ ਖਿਲਾਫ ਕਈ ਨਜ਼ਮਾਂ ਲਿਖੀਆਂ ਗਈਆਂ। ਕਲਪਨਾ ਦਾ ਜਾਦੂ। ਜ਼ਿੰਦਗੀ ਵਿੱਚ ਇੱਕ ਇਹੋ ਜਿਹੀ ਵਕਤ ਵੀ ਆਇਆ ਸੀ ਜਦੋਂ ਆਪਣੀ ਹਰ ਸੋਚ ਨੂੰ ਮੈਂ ਆਪਣੀ ਕਲਪਨਾ ਦਾ ਜਾਦੂ ਚੜ੍ਹਦਾ ਵੇਖਿਆ ਸੀ। ਜਾਦੂ ਲਫ਼ਜ਼ ਸਿਰਫ ਬਚਪਨ ਦੀਆਂ ਸੁਣੀਆਂ ਕਹਾਣੀਆਂ ਵਿੱਚ ਕਦੇ ਸੁਣਿਆ ਸੀ, ਪਰ ਵੇਖਿਆ ਇੱਕ ਦਿਨ ਅਚਾਨਕ ਉਹ ਮੇਰੀ ਕੁੱਖ ਵਿੱਚ ਆ ਗਿਆ ਸੀ ਤੇ ਮੇਰੇ ਹੀ ਪਿੰਡੇ ਦੇ ਮਾਸ ਦੇ ਉਰਲੇ ਵਿੱਚ ਪਲਣ ਲੱਗ ਪਿਆ ਸੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੇਰਾ ਬੇਟਾ ਮੇਰੇ ਜਿਸਮ ਦੀ ਆਸ ਬਣਾਇਆ ਸੀ। 1946 ਦੇ ਅੰਤਲੇ ਦਿਨਾਂ ਦੀ ਗੱਲ ਹੈ। ਅਖਬਾਰਾਂ ਤੇ ਕਿਤਾਬਾਂ ਵਿੱਚ ਕਈ ਉਹ ਹਾਦਸੇ ਪੜ੍ਹੇ ਹੋਏ ਸਨ ਕਿ ਇਹ ਹੋਣ ਵਾਲੀ ਮਾਂ ਦੇ ਕਮਰੇ ਵਿੱਚ ਜਿਹੋ ਜਿਹੀਆਂ ਤਸਵੀਰਾਂ ਹੋਣ ਜਾਂ ਜਿਹੋ ਜਿਹਾ ਰੂਪ ਉਹ ਮਨ ਵਿੱਚ ਚਿਤਵੇ, ਬੱਚੇ ਦੀ ਨੁਹਾਰ ਉਹੋ ਜਿਹੀ ਹੋ ਜਾਂਦੀ ਹੈ। ਤੇ ਮੇਰੀ ਕਲਪਨਾ ਨੇ ਜਿਵੇਂ ਦੁਨੀਆ ਤੋਂ ਓਹਲੇ ਹੋ ਕੇ ਹੌਲੀ ਜਿਹੀ ਮੇਰੇ ਕੰਨ ਵਿੱਚ ਆਖਿਆ, ਜੇ ਮੈਂ ਸਾਹਿਰ ਦਾ ਮੂੰਹ ਹਰ ਵੇਲੇ ਚਿਤਵਾਂ ਤਾਂ ਮੇਰੇ ਬੱਚੇ ਦੀ ਸ਼ਕਲ ਉਹਦੇ ਨਾਲ ਮਿਲ ਜਾਏਗੀ। ਜੋ ਜ਼ਿੰਦਗੀ ਵਿੱਚ ਨਹੀਂ ਸੀ ਪਾਇਆ। ਜਾਣਦੀ ਹਾਂ, ਇਹ ਉਸੇ ਨੂੰ ਪਾ ਲੈਣ ਦਾ ਕਰਿਸ਼ਮੇ ਵਰਗਾ ਯਤਨ ਸੀ, ਰੱਬ ਵਾਂਗ ਰਚਨਾ ਕਰਨ ਦਾ ਯਤਨ, ਜਿਸਮ ਦਾ ਇੱਕ ਸੁਤੰਤਰ ਕਰਮ।
ਸਿਰਫ ਸੰਸਕਾਰਾਂ ਤੋਂ ਸੁਤੰਤਰ ਨਹੀਂ, ਲਹੂ ਮਾਸ ਦੀ ਹਕੀਕਤ ਤੋਂ ਵੀ ਸੁਤੰਤਰ। ਦੀਵਾਨਗੀ ਦੇ ਇਸ ਆਲਮ ਵਿੱਚ ਜਦੋਂ 3 ਜੁਲਾਈ 1947 ਨੂੰ ਬੱਚੇ ਦਾ ਜਨਮ ਹੋਇਆ, ਪਹਿਲੀ ਵਾਰ ਉਹਦਾ ਮੂੰਹ ਵੇਖਿਆ, ਆਪਣੇ ਰੱਬ ਹੋਣ ਦਾ ਯਕੀਨ ਆ ਗਿਆ। ਤੇ ਬੱਚੇ ਦੇ ਪਲਦੇ ਮੂੰਹ ਨਾਲ ਇੱਕ ਕਲਪਨਾ ਵੀ ਪਲਦੀ ਰਹੀ ਕਿ ਉਹਦੀ ਸ਼ਕਲ ਸੱਚਮੁੱਚ ਸਾਹਿਰ ਨਾਲ ਮਿਲਦੀ ਹੈ। ਖੈਰ, ਦੀਵਾਨਗੀ ਦੀ ਸਿਖਰ ਉੱਤੇ ਪੈਰ ਰੱਖ ਕੇ ਹਮੇਸ਼ਾ ਨਹੀਂ ਖਲੋਤਾ ਜਾ ਸਕਦਾ। ਪੈਰਾਂ ਨੂੰ ਬਹਿਣ ਲਈ ਧਰਤੀ ਦਾ ਟੁਕੜਾ ਚਾਹੀਦਾ ਹੈ। ਇਸ ਲਈ ਆਉਂਦੇ ਵਰ੍ਹਿਆਂ ਵਿੱਚ ਮੈਂ ਜਿਹਦਾ ਜ਼ਿਕਰ ਇੱਕ ਪਰੀ ਕਹਾਣੀ ਵਾਂਗ ਕਰਨ ਲੱਗ ਪਈ। ਇੱਕ ਵਾਰ ਇਹ ਗੱਲ ਮੈਂ ਸਾਹਿਰ ਨੂੰ ਵੀ ਸੁਣਾਈ, ਆਪਣੇ ਆਪ ਉੱਤੇ ਹੱਸਦਿਆਂ। ਉਹਦੇ ਹੋਰ ਕਿਸੇ ਅਹਿਸਾਸ ਦਾ ਪਤਾ ਨਹੀਂ, ਸਿਰਫ ਇੰਨਾ ਪਤਾ ਹੈ ਕਿ ਉਹ ਸੁਣ ਕੇ ਹੱਸ ਪਿਆ ਤੇ ਉਹਨੇ ਸਿਰਫ ਇੰਨਾ ਆਖਿਆ, ਵੈਰੀ ਪੂਅਰ ਟੇਸਟ। ਸਾਹਿਰ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਰੋਸ ਹੈ ਕਿ ਉਹ ਸੋਹਣਾ ਨਹੀਂ। ਇਸੇ ਵਿੱਚੋਂ ਉਹਨੇ ਮੇਰੇ ਪੂਅਰ ਟੇਸਟ ਦੀ ਗੱਲ ਆਖੀ। ਇਸ ਤੋਂ ਪਹਿਲਾਂ ਵੀ ਇੱਕ ਗੱਲ ਵਾਪਰੀ ਸੀ। ਇੱਕ ਦਿਨ ਉਹਨੇ ਮੇਰੀ ਧੀ ਨੂੰ ਝੋਲੀ ਵਿੱਚ ਬਿਠਾ ਕੇ ਆਖਿਆ ਸੀ, ਤੈਨੂੰ ਇੱਕ ਕਹਾਣੀ ਸੁਣਾਵਾਂ। ਤੇ ਜਦੋਂ ਮੇਰੀ ਧੀ ਕਹਾਣੀ ਸੁਣਨ ਲਈ ਤਿਆਰ ਹੋਈ ਤਾਂ ਉਹ ਸੁਣਾਉਣ ਲੱਗਾ। ਇੱਕ ਸੀ ਲੱਕੜਹਾਰਾ। ਉਹ ਦਿਨੇ ਇੱਕ ਜੰਗਲ ਵਿੱਚ ਲੱਕੜਾਂ ਚੀਰਦਾ ਸੀ। ਇੱਕ ਦਿਨ ਉਹਨੇ ਜੰਗਲਾਂ ਵਿੱਚ ਇੱਕ ਰਾਜਕੁਮਾਰੀ ਵੇਖੀ, ਬੜੀ ਸੋਹਣੀ। ਲੱਕੜਹਾਰੇ ਦਾ ਜੀਅ ਕੀਤਾ ਉਹ ਰਾਜਕੁਮਾਰੀ ਨੂੰ ਲੈ ਕੇ ਦੌੜ ਜਾਵੇ। ਫਿਰ ਮੇਰੀ ਧੀ ਕਹਾਣੀਆਂ ਦੇ ਹੁੰਗਾਰੇ ਭਰਨ ਜਿੱਡੀ ਉਮਰ ਦੀ ਸੀ, ਇਸ ਲਈ ਬੜੇ ਧਿਆਨ ਨਾਲ ਕਹਾਣੀ ਸੁਣ ਰਹੀ ਸੀ। ਮੈਂ ਸਿਰਫ ਹੱਸ ਰਹੀ ਸਾਂ, ਕਹਾਣੀ ਵਿੱਚ ਦਖਲ ਨਹੀਂ ਸਾਂ ਦੇ ਰਹੀ। ਉਹ ਆਖ ਰਿਹਾ ਸੀ, ਪਰ ਹੈ ਤਾਂ ਲੱਕੜਹਾਰਾ ਸੀ ਨਾ। ਉਹ ਰਾਜਕੁਮਾਰੀ ਨੂੰ ਸਿਰਫ ਦੇਖਦਾ ਰਿਹਾ, ਦੂਰੋਂ ਦੀ ਖਲੋ ਕੇ, ਤੇ ਫਿਰ ਉਦਾਸ ਹੋ ਕੇ ਲੱਕੜਾਂ ਚੀਰਨ ਲੱਗ ਪਿਆ। ਸੱਚੀ ਕਹਾਣੀ ਹੈ ਨਾ? ਹਾਂ, ਮੈਂ ਵੀ ਵੇਖਿਆ ਸੀ। ਪਤਾ ਨਹੀਂ ਬੱਚੀ ਨੇ ਇਹ ਕਿਉਂ ਆਖਿਆ। ਸਾਹਿਰ ਹੱਸਦਾ ਮੇਰੇ ਵੱਲ ਵੇਖਣ ਲੱਗਾ। ਵੇਖ ਲੈ, ਇਹਨੂੰ ਵੀ ਪਤਾ ਹੈ। ਤੇ ਬੱਚੀ ਨੂੰ ਪੁੱਛਣ ਲੱਗਾ, ਤੂੰ ਉੱਥੇ ਹੀ ਸੀ ਨਾ ਜੰਗਲ ਵਿੱਚ? ਬੱਚੀ ਨੇ ਹਾਂ ਵਿੱਚ ਸਿਰ ਹਿਲਾਇਆ। ਸਾਹਿਰ ਨੇ ਫਿਰ ਉਹਨੂੰ ਝੋਲੀ ਵਿੱਚ ਬੈਠੀ ਨੂੰ ਪੁੱਛਿਆ, ਤੂੰ ਉਹਨੂੰ ਲੱਕੜਹਾਰੇ ਨੂੰ ਵੀ ਵੇਖਿਆ ਸੀ ਨਾ? ਭਲਾ ਕੌਣ ਸੀ? ਬੱਚੀ ਨੂੰ ਉਸ ਘੜੀ ਕੋਈ ਇਲਹਾਮ ਉਤਾਰਿਆ ਲੱਗਦਾ ਸੀ। ਕਹਿਣ ਲੱਗੀ, ਤੁਸੀਂ। ਸਾਹਿਰ ਨੇ ਫਿਰ ਪੁੱਛਿਆ, ਤੇ ਉਹ ਰਾਜਕੁਮਾਰੀ ਕੌਣ ਸੀ? ਮਾਮਾ। ਬੱਚੀ ਹੱਸਣ ਲੱਗ ਪਈ। ਸਾਹਿਰ ਮੈਨੂੰ ਕਹਿਣ ਲੱਗਾ, ਵੇਖਿਆ, ਬੱਚੀ ਨੂੰ ਸਭ ਕੁਝ ਪਤਾ ਹੁੰਦਾ ਹੈ। ਬੱਚਿਆਂ ਨੂੰ ਸਭ ਕੁਝ ਪਤਾ ਹੁੰਦਾ ਹੈ। ਫਿਰ ਵਰ੍ਹੇ ਬੀਤ ਗਏ। 1960 ਵਿੱਚ ਜਦੋਂ ਮੈਂ ਬੰਬਈ ਗਈ ਤਾਂ ਉਹਨਾਂ ਦਿਨਾਂ ਵਿੱਚ ਰਾਜਿੰਦਰ ਸਿੰਘ ਬੇਦੀ ਬੜੇ ਮਿਹਰਬਾਨ ਦੋਸਤ ਸਨ। ਅਕਸਰ ਮਿਲਦੇ ਸਨ। ਇੱਕ ਤਰਕਾਲ ਬੈਠੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਉਹਨਾਂ ਨੇ ਪੁੱਛਿਆ, ਪ੍ਰਕਾਸ਼ ਪੰਡਿਤ ਕੋਲੋਂ ਇੱਕ ਗੱਲ ਸੁਣੀ ਸੀ ਕਿ ਨਵਰਾਜ ਸਾਹਿਰ ਦਾ ਬੇਟਾ ਹੈ। ਉਸ ਸ਼ਾਮ ਮੈਂ ਬੇਦੀ ਸਾਹਿਬ ਨੂੰ ਆਪਣੀ ਦੀਵਾਨਗੀ ਦਾ ਉਹ ਆਲਮ ਸੁਣਾਇਆ। ਆਖਿਆ, ਇਹ ਕਲਪਨਾ ਦਾ ਸੱਚ ਹੈ, ਹਕੀਕਤ ਦਾ ਸੱਚ ਨਹੀਂ। ਉਹਨਾਂ ਹੀ ਦਿਨਾਂ ਵਿੱਚ ਇੱਕ ਦਿਨ ਮੇਰੇ ਬੇਟੇ ਨੇ ਵੀ ਪੁੱਛਿਆ, ਮੇਰੀ ਉਮਰ ਹੁਣ 13 ਕੁ ਵਰ੍ਹਿਆਂ ਦੀ ਸੀ। ਮੰਮਾ, ਇੱਕ ਗੱਲ ਪੁੱਛਾਂ, ਸੱਚ ਦੱਸ ਦਿਓਗੇ? ਹਾਂ। ਕੀ ਮੈਂ ਸਾਹਿਰ ਅੰਕਲ ਦਾ ਬੇਟਾ ਹਾਂ? ਨਹੀਂ। ਪਰ ਜੇ ਹਾਂ ਤਾਂ ਦੱਸ ਦਿਓ। ਮੈਨੂੰ ਸਾਹਿਰ ਅੰਕਲ ਚੰਗੇ ਲੱਗਦੇ ਹਨ। ਹਾਂ ਬੇਟੇ, ਮੈਨੂੰ ਵੀ ਚੰਗੇ ਲੱਗਦੇ ਨੇ, ਪਰ ਜੇ ਇਹ ਸੱਚ ਹੁੰਦਾ ਤਾਂ ਤੈਨੂੰ ਜ਼ਰੂਰ ਦੱਸ ਦਿੰਦੀ। ਸੱਚ ਦੀ ਆਪਣੀ ਇੱਕ ਤਾਕਤ ਹੁੰਦੀ ਹੈ। ਸੋ ਮੇਰੇ ਬੱਚੇ ਨੂੰ ਯਕੀਨ ਆ ਗਿਆ। ਸੋਚਦੀ ਹਾਂ, ਕਲਪਨਾ ਦਾ ਸੱਚ ਛੋਟਾ ਨਹੀਂ ਸੀ, ਪਰ ਉਹ ਸਿਰਫ ਮੇਰੇ ਵਾਸਤੇ ਸੀ। ਸਿਰਫ ਮੇਰੇ ਵਾਸਤੇ। ਇੰਨਾ ਕਿ
ਉਹ ਸੱਚ ਸਾਹਿਰ ਵਾਸਤੇ ਵੀ ਨਹੀਂ। ਲਾਹੌਰ ਜਦੋਂ ਕਦੇ ਸਾਹਿਰ ਮਿਲਣ ਲਈ ਆਉਂਦਾ ਸੀ ਤਾਂ ਜਿਵੇਂ ਮੇਰੀ ਹੀ ਚੁੱਪ ਵਿੱਚੋਂ ਨਿਕਲਿਆ ਚੁੱਪ ਦਾ ਇੱਕ ਟੁਕੜਾ ਕੁਰਸੀ 'ਤੇ ਬਹਿੰਦਾ ਸੀ ਤੇ ਚਲਾ ਜਾਂਦਾ ਸੀ। ਉਹ ਚੁੱਪਚਾਪ ਸਿਰਫ ਸਿਗਰਟ ਪੀਂਦਾ ਰਹਿੰਦਾ ਸੀ। ਅੱਧਾ ਕੁ ਸਿਗਰਟ ਪੀ ਕੇ ਰਾਖਦਾਨੀ ਵਿੱਚ ਬੁਝਾ ਦਿੰਦਾ ਸੀ, ਫਿਰ ਨਵਾਂ ਸਿਗਰਟ ਲੈ ਲੈਂਦਾ ਸੀ ਤੇ ਉਹਦੇ ਜਾਣ ਪਿੱਛੋਂ ਸਿਰਫ ਸਿਗਰਟਾਂ ਦੇ ਵੱਡੇ ਵੱਡੇ ਟੁਕੜੇ ਕਮਰੇ ਵਿੱਚ ਰਹਿ ਜਾਂਦੇ ਸਨ। ਕਦੇ ਇੱਕ ਵਾਰ ਉਹਦੇ ਹੱਥ ਨੂੰ ਛੂਹਣਾ ਚਾਹੁੰਦੀ ਸਾਂ, ਪਰ ਮੇਰੇ ਸਾਹਮਣੇ ਮੇਰੇ ਹੀ ਸੰਸਕਾਰ ਦਾ ਇੱਕ ਉਹ ਫਾਸਲਾ ਸੀ ਜੋ ਤੈਅ ਨਹੀਂ ਸੀ ਹੁੰਦਾ। ਉਦੋਂ ਵੀ ਕਲਪਨਾ ਦੀ ਕਰਾਮਾਤ ਦਾ ਆਸਰਾ ਲਿਆ ਸੀ। ਉਹਦੇ ਜਾਣ ਪਿੱਛੋਂ ਮੈਂ ਉਹਦੇ ਛੱਡੇ ਹੋਏ ਸਿਗਰਟਾਂ ਦੇ ਟੁਕੜੇ ਸਾਂਭ ਕੇ ਅਲਮਾਰੀ ਵਿੱਚ ਰੱਖ ਲੈਂਦੀ ਸੀ ਤੇ ਫਿਰ ਇੱਕ ਇੱਕ ਟੁਕੜੇ ਨੂੰ ਇਕੱਲੇ ਬਹਿ ਕੇ ਭਾਲਦੀ ਸੀ ਤੇ ਜਦੋਂ ਉਹਨੂੰ ਉਂਗਲਾਂ ਵਿੱਚ ਫੜਦੀ ਸਾਂ, ਜਾਪਦਾ ਸੀ ਜਿਵੇਂ ਉਹਦਾ ਹੱਥ ਛੋਹ ਰਹੀ ਹੋਵਾਂ। ਸਿਗਰਟ ਪੀਣ ਦੀ ਆਦਤ ਮੈਨੂੰ ਉਦੋਂ ਪਹਿਲੀ ਵਾਰ ਪਈ ਸੀ। ਹਰ ਸਿਗਰਟ ਜਲਾਉਣ ਲੱਗਿਆਂ ਜਾਪਦਾ ਉਹ ਕੋਲ ਹੈ। ਸਿਗਰਟ ਦੇ ਧੂੰਏਂ ਵਿੱਚੋਂ ਜਿਵੇਂ ਉਹ ਜਿੰਨ ਵਾਂਗ ਪ੍ਰਗਟ ਹੋ ਜਾਂਦਾ ਸੀ। ਫਿਰ ਵਰ੍ਹਿਆਂ ਪਿੱਛੋਂ ਆਪਣੇ ਇਸ ਅਹਿਸਾਸ ਨੂੰ ਮੈਂ ਇੱਕ ਸੀ ਅਨੀਤਾ ਨਾਵਲ ਵਿੱਚ ਲਿਖਿਆ, ਪਰ ਸਾਹਿਰ ਨੂੰ ਸ਼ਾਇਦ ਅਜੇ ਤੱਕ ਮੇਰੇ ਸਿਗਰਟ ਦੇ ਇਸ ਇਤਿਹਾਸ ਦਾ ਪਤਾ ਨਹੀਂ। ਸੋਚਦੀ ਹਾਂ, ਕਲਪਨਾ ਦੀ ਇਹ ਦੁਨੀਆ ਸਿਰਫ ਉਹਦੀ ਹੁੰਦੀ ਹੈ ਜੋ ਇਹਨੂੰ ਸਿਰਜਦਾ ਤੇ ਜਿੱਥੇ ਇਹਨੂੰ ਸਿਰਜਣ ਵਾਲਾ ਰੱਬ ਵੀ ਇਕੱਲਾ ਹੁੰਦਾ ਹੈ। ਆਖਰ ਜਿਸ ਮਿੱਟੀ ਤੋਂ ਇਹ ਬਦਨ ਬਣਿਆ ਹੈ, ਉਹ ਮਿੱਟੀ ਦਾ ਮਿਥਿਹਾਸ ਮੇਰੇ ਲਹੂ ਦੀ ਹਕੀਕਤ ਵਿੱਚ ਹੈ। ਦੁਨੀਆ ਦੇ ਉਪਜਣ ਦਾ ਵੇਲਾ ਜਦੋਂ ਅੱਗ ਦਾ ਇੱਕ ਗੋਲਾ ਜਿਹਾ ਹਜ਼ਾਰ ਵਰ੍ਹੇ ਪਾਣੀਆਂ ਵਿੱਚ ਤਰਦਾ ਰਿਹਾ ਤੇ ਫਿਰ ਉਸੇ ਅੱਗ ਵਿੱਚੋਂ ਹਰ ਗੁਨਾਹ ਨੂੰ ਭਸਮ ਕਰਕੇ ਜੋ ਜੀਵ ਨਿਕਲਿਆ, ਉਹ ਇਕੱਲਾ ਸੀ। ਉਹਦੇ ਵਿੱਚ ਨਾ ਇਕੱਲਤਾ ਦਾ ਖੌਫ ਸੀ, ਨਾ ਇਕੱਲਤਾ ਦੀ ਖੁਸ਼ੀ। ਫਿਰ ਉਹਨੇ ਆਪਣੇ ਹੀ ਬਦਨ ਨੂੰ ਚੀਰ ਕੇ ਅੱਧੇ ਨੂੰ ਪੁਰਸ਼ ਬਣਾ ਲਿਆ, ਅੱਧੇ ਨੂੰ ਇਸਤਰੀ, ਤੇ ਇਸੇ ਵਿੱਚੋਂ ਉਹਨੇ ਸ੍ਰਿਸ਼ਟੀ ਰਚੀ। ਦੁਨੀਆ ਦਾ ਇਹ ਆਦਿ ਕਰਮ ਸਿਰਫ ਮਿਥਿਹਾਸ ਨਹੀਂ, ਨਾ ਸਿਰਫ ਬੀਤੇ ਦਾ ਇਤਿਹਾਸ, ਇਹ ਹਰ ਸਮੇਂ ਦਾ ਇਤਿਹਾਸ ਹੈ, ਭਾਵੇਂ ਛੋਟੇ ਛੋਟੇ ਮਨੁੱਖਾਂ ਦਾ ਛੋਟਾ ਛੋਟਾ ਇਤਿਹਾਸ, ਮੇਰਾ ਵੀ। ਸ਼ੁਕਰੀਆ। ਅੱਜ ਦਾ ਭਾਗ 5ਵਾਂ ਇੱਥੇ ਹੀ ਖ਼ਤਮ ਕਰਨ ਜਾ ਰਹੀ ਹਾਂ। ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ।